ਖੂਨੀ ਕੋਠੀ ਭਾਗ ਛੇਵਾਂ। ਨਹੀਂ, ਸੋਫੀਆ ਨਹੀਂ ਆਈ। ਉਹ ਨਹੀਂ ਆਈ। ਉਹਨਾਂ ਦੇਸਾਂ ਤੋਂ ਵੀ ਕੋਈ ਪਰਤ ਆਈ ਭਲਾ? ਖੌਰੇ ਚੰਦਰੀ ਕਿਹੜੇ ਮਹਿਲਾਂ ਦੀ ਰਾਣੀ ਬਣੀ ਹੋਊ ਜਾਂ ਮੁੜ ਦਾਸੀ ਹੀ ਬਣੀ ਹੋਊ। ਨੂਰੀ ਨਫੀਸਾ ਨੂੰ ਹਨੇਰੀ ਦੁਨੀਆ ਵਿੱਚੋਂ ਬਾਹਰ ਖਿੱਚਦੀ ਹੋਈ। ਅੰਮੀ, ਅੰਮੀ, ਕਿੱਥੇ ਗੁੰਮ ਹੋ ਜਾਂਦੇ ਹੋ ਵਾਰ-ਵਾਰ? ਕਿਹੜੇ ਮਹਿਲ, ਕਿਹੜੇ ਦੇਸ? ਕੁਝ ਨਹੀਂ ਨੂਰੀ, ਸੋਫੀਆ ਨਹੀਂ ਆਈ। ਸੋਫੀਆ ਨਹੀਂ ਕਦੀ ਪਰਤ ਕੇ ਆਈ। ਤੇ ਅੰਮੀ, ਬਾਬੇ ਜੌਹਰ ਦੀ ਧੀ ਰੂਹੀ ਤੇ ਛੋਟਾ ਪੁੱਤ ਫਤਿਹ, ਉਹਨਾਂ ਨੇ ਕੋਈ ਦਲੀਲ ਨਹੀਂ ਦਿੱਤੀ? ਉਹ ਵੀ ਨਹੀਂ ਬੋਲੇ ਕੁਝ ਇਸ ਮਸਲੇ 'ਤੇ? ਉਹਨਾਂ ਦੋਵਾਂ ਨੂੰ ਕਿੱਥੇ ਇੰਨੀ ਸੁੱਧ ਬੁੱਧ ਸੀ? ਭਰਾ ਦੇ ਪੈਸੇ ਤਾਂ ਬੁਰੀ ਬਲਾ ਵਾਂਗ ਦੋਵਾਂ ਨੂੰ ਜਕੜੇ ਹੋਏ ਸੀ। ਭੈਣ ਦੇ ਕੱਪੜੇ ਲੱਤੇ ਹੀ ਨਹੀਂ ਸਨ ਪੂਰੇ ਹੁੰਦੇ ਤੇ ਛੋਟੇ ਨੂੰ ਨਸ਼ੇ ਦੀ ਲਾਗ ਲੱਗ ਗਈ ਸੀ। ਉਹ ਦੋਵੇਂ ਕਿੱਥੇ ਗਏ ਫਿਰ? ਹੁਣ ਉਹ ਕਿੱਥੇ ਰਹਿੰਦੇ ਨੇ? ਨੂਰੀ, ਕਿਸੇ ਵੀ ਚੀਜ਼ ਦਾ ਅੰਤ ਹੋਣਾ ਅੰਤ ਨੂੰ ਜਨਮ ਦਿੰਦਾ ਏ। ਇਨਸਾਨ ਦੀ ਬਹੁਤੀ ਲਾਲਸਾ ਮਿੱਠੇ ਦੇ ਚਸਕੇ ਨੂੰ ਆਈ ਮੱਖੀ ਵਾਂਗ ਏ। ਮਿੱਠੇ ਤੋਂ ਮੁੜ ਉੱਡ ਨਹੀਂ ਪਾਉਂਦੀ ਤੇ ਉੱਥੇ ਹੀ ਦਮ ਤੋੜ ਦਿੰਦੀ ਏ। ਅੰਮੀ, ਤੁਸੀਂ ਕੀ ਬੋਲਦੇ ਰਹਿੰਦੇ ਹੋ? ਮੇਰੇ ਸਮਝ ਵਿੱਚ ਨਹੀਂ ਆ ਰਿਹਾ ਕੀ ਕਹਿ ਰਹੇ ਹੋ। ਨੂਰੀ, ਮੈਂ ਤੈਨੂੰ ਇਹ ਜੋ ਕੁਝ ਵੀ ਦੱਸ ਰਹੀ ਹਾਂ, ਇਹ ਕੇਵਲ ਇੱਕ ਬੀਤੇ ਕੱਲ੍ਹ ਦੀ ਡਰਾਉਣੀ ਹਕੀਕੀ ਨਹੀਂ, ਬਲਕਿ ਬਿਹਤਰੀਨ ਤਜਰਬਾ ਵੀ ਹੈ। ਮੇਰੀ ਹਰ ਗੱਲ 'ਤੇ ਗੌਰ ਦਿਆ ਕਰ। ਮੇਰਾ ਤੈਨੂੰ ਇਹ ਸਭ ਸਮਝਾਉਣ ਤੋਂ ਭਾਵ ਤੇਰਾ ਮੁਸਤਕਬਲ ਸੰਵਾਰਨਾ ਹੈ। ਮੇਰੀ ਹਰ ਗੱਲ ਦੇ ਪਿੱਛੇ ਤੇਰੇ ਲਈ ਇੱਕ ਸਬਕ ਹੁੰਦਾ ਏ। ਜੋ ਤੈਨੂੰ ਤੱਥ ਸਮਝ ਨਹੀਂ ਆ ਰਹੇ, ਉਹਨਾਂ ਨੂੰ ਸੁਣ ਕੇ ਵਿਚਾਰ। ਯਕੀਨਨ ਸਮਝ ਆ ਜਾਣਗੇ। ਤਾਲੀਮ ਨਿਰੀ ਕਿਤਾਬਾਂ ਤਾਈਂ ਸੀਮਤ ਨਹੀਂ ਹੁੰਦੀ। ਕੁਝ ਯਥਾਰਥਕ ਉਦੇਸ਼ਾਂ ਨਾਲ ਸਾਂਝ ਜ਼ਿੰਦਗੀ ਪਵਾਉਂਦੀ ਏ। ਹਾਂਜੀ ਅੰਮੀ, ਮੈਂ ਧਿਆਨ ਦੇਵਾਂਗੀ। ਹਾਂ ਨੂਰੀ, ਜੇ ਜੀਵਨ ਦੀਆਂ ਇਹਨਾਂ ਗੁੰਝਲਾਂ ਨੂੰ ਉਹਨਾਂ ਜਵਾਕਾਂ ਨੇ ਵੀ ਸੁਲਝਾ ਕੇ ਅਪਣਾ ਲਿਆ ਹੁੰਦਾ ਤੇ ਅੱਜ ਉਹ ਕੋਠੀ ਕਿੱਸਾ ਬਣ ਕੇ ਹੀ ਨਾ ਰਹਿ ਜਾਂਦੀ। ਅੰਮੀ, ਤੁਸੀਂ ਤਾਂ ਉਹਨਾਂ ਘਰੇ ਕਦੀ-ਕਦੀ ਜਾ ਹੀ ਆਉਂਦੇ ਹੋਣੇ। ਤੁਸੀਂ ਉਹਨਾਂ ਨੂੰ ਕੁਝ ਸਮਝਾ ਦਿੰਦੇ। ਹਾਂ, ਜਾਂ ਤਾਂ ਆਉਂਦੀ ਸੀ। ਰੂਹੀ ਤੇ ਫਤਿਹ ਜਵਾਨ ਹੋ ਗਏ ਸਨ। ਜਵਾਨੀ ਲਿਹਾਜ਼ ਨਹੀਂ ਕਰਦੀ ਧੀਏ, ਤੇ ਮੈਂ ਉਹਨਾਂ ਨੂੰ ਕੁਝ ਬੋਲ ਕੇ ਆਪਣੀ ਇੱਜ਼ਤ ਨੂੰ ਰਸਵਾ ਨਹੀਂ ਕਰਨਾ ਸੀ। ਜਦੋਂ ਧੀਆਂ ਪੁੱਤ ਜਵਾਨ ਹੋ ਜਾਣ, ਆਪਣਾ ਸਤਿਕਾਰ ਕਰਵਾਉਣਾ ਵੱਡਿਆਂ ਦੇ ਆਪਣੇ ਹੱਥ ਹੀ ਹੁੰਦਾ ਏ। ਉਂਝ ਵੀ ਜਦੋਂ ਰੁੱਖ ਦੀਆਂ ਜੜ੍ਹਾਂ ਹੀ ਨੰਗੀਆਂ ਹੋ ਜਾਣ, ਮਿੱਟੀ ਕਦੋਂ ਤੱਕ ਉਹਨਾਂ ਨੂੰ ਜਕੜ ਕੇ ਰੱਖ ਸਕਦੀ ਏ। ਉਹਨਾਂ ਦੇ ਆਪਣੇ ਘਰ ਵਾਲੇ ਹੀ ਉਹਨਾਂ 'ਤੇ ਰੋਕ ਟੋਕ ਨਹੀਂ ਸਨ ਕਰਦੇ। ਮੇਰੀ ਸਲਾਹ ਉੱਥੇ ਕੀ ਕਰਦੀ? ਇਹ ਤਾਂ ਆਪਣੇ ਮੂੰਹ ਆਪ ਕਾਲਖ ਮਲਣ ਵਾਲੀ ਗੱਲ ਹੋਈ। ਅੰਮੀ, ਫਿਰ ਕੀ ਹੋਇਆ? ਉਹ ਕਿੱਥੇ ਚਲੇ ਗਏ? ਹੋਇਆ ਹੀ ਤੇ ਨਹੀਂ ਜੋ ਹੋਣਾ ਚਾਹੀਦਾ ਸੀ। ਇਸੇ ਗੱਲ ਦਾ ਤੇ ਮਲਾਲ ਏ। ਛੋਟਾ ਨਸ਼ੇ ਦਾ ਸ਼ੌਕੀਨ ਬਣਦਾ ਚਲਿਆ ਗਿਆ ਤੇ ਰੂਹੀ ਦਾ ਵਿਆਹ ਕਰ ਦਿੱਤਾ ਗਿਆ। ਤੇ ਹੁਣ ਅੰਮੀ, ਕੀ ਉਹ ਆਪਣੇ ਸਹੁਰੇ ਘਰ ਹੀ ਏ? ਨਹੀਂ, ਉਹ ਉੱਥੇ ਨਹੀਂ। ਉਸ ਨੇ ਵੀ ਆਪਣੇ ਪਾਪਾਂ ਦਾ ਭਾਰ ਬਹੁਤ ਢੋਇਆ। ਮੌਲਾ ਖੈਰ ਕਰਦਾ। ਧੀ ਸੀ ਉਹ ਵੀ ਕਿਸੇ ਪਰਿਵਾਰ ਦੀ। ਹੋਇਆ ਕੀ ਸੀ ਅੰਮੀ? ਬਹੁਤ ਹੱਥ ਖੁੱਲ੍ਹਾ ਰੱਖ ਕੇ ਘਰ ਨਹੀਂ ਵੱਸਦੇ। ਕਿਰਸ ਕਰਨੀ ਲਾਜ਼ਮੀ ਹੁੰਦੀ ਏ ਨੂਰੀ। ਖੈਰ, ਰੂਹੀ ਤਾਂ ਖੁੱਲ੍ਹਾ ਖਾਣਾ ਖੁੱਲ੍ਹਾ ਉਡਾਉਣਾ ਹੀ ਜਾਣਦੀ ਸੀ। ਮੰਦਭਾਗਣ ਵਿਚਾਰੀ, ਉਹਨੂੰ ਵਿਆਹ ਮਗਰੋਂ ਘਰ ਪਰਿਵਾਰ ਜਮਾਂ ਉਸ ਦੇ ਰਹਿਣ ਸਹਿਣ ਤੋਂ ਮੁਖਤਲਫ ਮਿਲ ਗਿਆ। ਉਹਨਾਂ ਵੇਖਿਆ ਭਰਾ ਕੋਲ ਬੇਹੱਦ ਪੈਸਾ ਏ ਤੇ ਉਹਨਾਂ ਨੇ ਵੀ ਮੂੰਹ ਅੱਡਣੇ ਸ਼ੁਰੂ ਕਰ ਦਿੱਤੇ। ਆਏ ਦਿਨ ਰੂਹੀ ਨੂੰ ਦੁਰਕਾਰ ਕੇ ਘਰੇ ਘੱਲ ਦਿੰਦੇ ਤੇ ਪੈਸੇ ਮੰਗਦੇ। ਤੇ ਅੰਮੀ, ਕਰਮੇ ਚਾਚੇ ਦੀ ਔਲਾਦਾਂ ਦੀਆਂ ਬਲੀਆਂ ਦੇਣ ਵਾਲਿਆਂ ਦੇ ਔਲਾਦ ਨਹੀਂ ਹੁੰਦੀ ਨੂਰੀ। ਕੀ ਅੰਮੀ, ਇਹ ਕੀ ਕਹਿ ਰਹੇ ਹੋ? ਹਾਂ ਨੂਰੀ, ਅਖੀਰ ਸਮਾਂ ਵੀ ਕਰਵਟ ਲੈਣ ਲੱਗ ਪਿਆ ਸੀ। 1 ਵਰ੍ਹੇ ਤੋਂ ਉੱਤੇ ਹੋ ਗਿਆ। ਉਹਦਾ ਵਿਹੜਾ ਕਿਲਕਾਰੀ ਤੋਂ ਸੱਖਣਾ ਹੀ ਰਿਹਾ। ਰੂਹੀ ਦੇ ਘਰ ਵਾਲੇ ਵੀ ਦਿਨੋਂ ਦਿਨ ਉਸ ਨਾਲ ਹੋਰ ਸਖਤੀ ਕਰਨ ਲੱਗ ਗਏ ਸਨ ਤੇ ਉਹਨੂੰ ਘਰੋਂ ਪੈਸੇ ਲਿਆਉਣ ਲਈ ਕੁੱਟਮਾਰ ਕਰਕੇ ਘਰੇ ਘੱਲ ਦਿੰਦੇ।
ਰਹੀ ਗੱਲ ਛੋਟੇ ਫਤਿਹ ਦੀ, ਉਹ ਤਾਂ ਲਿਹਾਜ਼ ਸ਼ਰਮ ਭੁੱਲਦਾ ਜਾ ਰਿਹਾ ਸੀ। ਉਹਦਾ ਨਸ਼ਾ ਕਰਨ ਦਾ ਸ਼ੌਂਕ ਚਸਕਾ ਬਣ ਚੁੱਕਿਆ ਸੀ। ਅੰਮੀ, ਕਾਰ ਵਿੱਚ ਕਿਸੇ ਨੇ ਉਹਨੂੰ ਰੋਕਣ ਦਾ ਪ੍ਰਯਾਸ ਤੱਕ ਨਹੀਂ ਕੀਤਾ? ਹਾਂ, ਕੀਤਾ ਸੀ। ਖੈਰ, ਉਦੋਂ ਤੱਕ ਬੇਹੱਦ ਦੇਰ ਹੋ ਚੁੱਕੀ ਸੀ। ਉਹਦਾ ਇਸ ਆਦਤ ਨੂੰ ਤਿਆਗਣਾ ਨਾਮੁਮਕਿਨ ਹੋ ਗਿਆ ਸੀ। ਮੈਨੂੰ ਯਾਦ ਏ ਉਹ ਦਿਨ, ਬੜਾ ਤੜਫਿਆ ਸੀ ਉਹ। ਨਫੀਸਾ ਇੰਨਾ ਕਹਿੰਦਿਆਂ ਅੱਖਾਂ ਭਰ ਨਜ਼ਰ ਝੁਕਾ ਲੈਂਦੀ ਏ। ਹੋਇਆ ਕੀ ਸੀ ਅੰਮੀ?